ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਯੁਗੋ ਯੁਗ ਅਟਲ ਸ਼ਬਦ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਗਤ ਮਾਈ ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਮਹਲਾ ਤੀਜਾ ਵਾਰ ਸਤ ਕਰ ਦਸਮਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ। ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ। ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਧੋਏ। ਦਰ ਸੱਚੇ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ। ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ। ਜਿਉ ਦੇਵੈ ਤਿਸ ਕੋ ਬਲ ਜਾਈਐ ਗੁਰ ਪ੍ਰਸਾਦ। ਗੁਰ ਪ੍ਰਸਾਦੀ ਆਪ ਗਵਾਈਐ। ਨਾਨਕ ਨਾਮ ਰਖੋ ਪੁਰ ਧਾਰ ਦੇਵਨ ਹਾਰੇ ਕੋ ਜੈਕਾਰ। ਨਾਨਕ ਨਾਮ ਰਖੋ ਪੁਰ ਧਾਰ ਦੇਵਨ ਹਾਰੇ ਕੋ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਈਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ। ਇਹ ਪਾਵਨ ਪਵਿੱਤਰ ਬਾਣੀ ਜੋ ਹੁਣੇ ਪੜ੍ਹੀ ਗਈ ਹੈ ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਇਸ ਬਾਣੀ ਨੂੰ ਸੁਣਿਆ ਹੈ। ਆਪ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਹੈ। ਆਪ ਜੀ ਨੇ ਗੁਰਬਾਣੀ ਨੂੰ ਸਰਵਣ ਕੀਤਾ। ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾਂ। ਇਸ ਸਰਲੇਖ ਹੇਠ ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਮਹੱਲੇ ਤੀਜੇ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਵਾਰ ਸਤ।
ਜਿਸ ਨੂੰ ਸੰਗੀਤ ਦੇ 10ਵੇਂ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ। ਤੇ ਇਹ ਜਿਹੜੀ ਬਾਣੀ ਵਾਰ 7 ਹੈ, ਇਹ ਸਤਵਾਰਾ ਹੈ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਹਰ ਇੱਕ ਦਿਨ ਨੂੰ ਸਾਨੂੰ ਗੁਰੂ ਜੀ ਨੇ ਸਮਝਾਇਆ ਹੈ, ਬਾਰ-ਬਾਰ ਸਮਝਾਇਆ ਹੈ, ਹਰ ਸਮੇਂ ਸਮਝਾਇਆ। ਸਤਿਗੁਰੂ ਜੀ ਦਾ ਸਮਝਾਉਣ ਦਾ ਵੱਖਰਾ ਵੱਖਰਾ ਤਰੀਕਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਨੂੰ ਐਤਵਾਰ ਦਾ ਨਾਮ ਮੂਹਰੇ ਰੱਖ ਕੇ ਉਪਦੇਸ਼ ਬਖਸ਼ਿਆ। ਫਿਰ ਸੋਮਵਾਰ ਦਾ ਦਿਨ ਫਿਰ ਸਾਨੂੰ ਉਪਦੇਸ਼ ਬਖਸ਼ਿਆ। ਫਿਰ ਮੰਗਲਵਾਰ ਦਾ ਦਿਨ, ਮੰਗਲਵਾਰ ਨੂੰ ਵੀ ਉਪਦੇਸ਼ ਬਖਸ਼ਿਆ। ਅੱਜ ਅਸੀਂ ਪੜ੍ਹਿਆ ਹੈ ਬੁੱਧਵਾਰ। ਬੁੱਧਵਾਰ ਨੂੰ ਵੀ ਗੁਰੂ ਜੀ ਉਪਦੇਸ਼ ਦੇ ਰਹੇ। ਇਹ ਨਹੀਂ ਕਿ ਗੁਰੂ ਜੀ ਕੇਵਲ ਐਤਵਾਰ ਨੂੰ ਹੀ ਉਪਦੇਸ਼ ਦਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਹਰ ਸਮੇਂ ਰੋਜ਼ ਸਾਨੂੰ ਉਪਦੇਸ਼ ਦਿੰਦੇ। ਕੋਈ ਇੱਕ ਦਿਨ ਫਿਕਸ ਨਹੀਂ ਹੈ ਬਈ ਸਕਰਾਂਤ ਨੂੰ ਉਪਦੇਸ਼ ਦੇਣਗੇ ਜਾਂ ਪੂਰਨਮਾਸ਼ੀ ਨੂੰ ਉਪਦੇਸ਼ ਦੇਣਗੇ ਜਾਂ ਐਤਵਾਰ ਵਾਲੇ ਦਿਨ ਉਪਦੇਸ਼ ਦੇਣਗੇ। ਗੁਰੂ ਜੀ ਤਾਂ ਹੈ ਹੀ ਉਪਦੇਸ਼ ਰੂਪ, ਹਰ ਸਮੇਂ ਉਪਦੇਸ਼ ਹੀ ਹੈ। ਵੈਸੇ 24 ਘੰਟੇ 8 ਪਹਿਰ 64 ਘੜੀ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਹਨ, ਸਾਨੂੰ ਗਿਆਨ ਬਖਸ਼। ਅੱਜ ਜੋ ਸਾਨੂੰ ਗਿਆਨ ਪ੍ਰਦਾਨ ਹੋ ਰਿਹਾ ਹੈ, ਉਹ ਕੀ ਹੈ? ਆਪਾਂ ਸਾਰੇ ਹੀ ਰਲ ਮਿਲ ਕੇ ਸਰਵਣ ਕਰੀਏ, ਕਿਉਂਕਿ ਇੱਥੇ ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ, ਇਹ ਸਾਰਾ ਹੀ ਪ੍ਰਮਾਤਮਾ ਦਾ ਭਾਣਾ ਹੈ। ਬਈ ਕੋਈ ਬੰਦਾ ਕਹੇ ਮੈਂ ਜ਼ਿਆਦਾ ਸਿਆਣਾ ਹਾਂ, ਮੈਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ, ਤੇ ਦੂਸਰੇ ਨੂੰ ਇਹ ਸੋਚੇ ਵੀ ਇਹਨੂੰ ਪਤਾ ਨਹੀਂ ਹੈ, ਇਹ ਵੀ ਹੋਵੇ। ਇਹ ਸਾਰਾ ਜਿਹੜਾ ਭਾਣਾ ਹੈ ਪ੍ਰਮਾਤਮਾ ਦਾ ਭਾਣਾ ਹੈ। ਜੋ ਕੁਝ ਵੀ ਹੋ ਗਿਆ, ਅਸੀਂ ਕੱਲ ਵੀ ਗੱਲਾਂ ਕੀਤੀਆਂ ਸੀ ਕਿ ਭਈ ਪ੍ਰਮਾਤਮਾ ਦੇ ਭਾਣੇ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ, ਚਿੜੀ ਪਰ ਨਹੀਂ ਮਾਰ ਸਕਦੀ। ਤਾਂ ਤੇ ਜੋ ਕੁਝ ਵੀ ਹੋ ਰਿਹਾ ਹੈ, ਇਹ ਸਾਰਾ ਹੀ ਪ੍ਰਮਾਤਮਾ ਦੇ ਭਾਣੇ ਵਿੱਚ ਹੋ ਰਿਹਾ ਹੈ। ਉਸ ਦੀ ਕਿਰਪਾ ਸਾਡੇ ਸਾਰਿਆਂ ਤੇ ਹੋ ਰਹੀ ਹੈ। ਲਓ ਜੀ, ਸਰਵਣ ਕਰੋ। ਬੁੱਧਵਾਰ ਆਪੇ ਬੁੱਧ ਸਾਰ। ਸਤਿਗੁਰੂ ਜੀ ਸਾਨੂੰ ਬੁੱਧਵਾਰ ਵਾਲੇ ਦਿਨ ਉਪਦੇਸ਼ ਦੇ ਰਹੇ। ਕਹਿੰਦੇ ਹਨ ਕਿ ਭਾਈ ਪਰਮਾਤਮਾ ਹੀ ਸ੍ਰੇਸ਼ਟ ਬੁੱਧੀ ਬਖਸ਼ਦਾ ਹੈ, ਚੰਗੀ ਅਕਲ। ਜੇ ਚੰਗੀ ਅਕਲ ਨਾ ਹੋਵੇ, ਜੇ ਅਕਲ ਹੀ ਨਾ ਬੰਦੇ ਨੂੰ ਹੋਵੇ, ਉਂਝ ਤਾਂ ਇੱਕ ਵਿਅੰਗ ਕੱਸਿਆ ਹੋਇਆ, ਕਹਿੰਦੇ ਸੋਚਣ ਵਾਲੇ ਨੂੰ ਸੋਚਾਂ ਹੀ ਸੋਚਾਂ, ਬਿਨਾਂ ਅਕਲ ਤੋਂ ਮੌਜਾਂ ਹੀ ਮੌਜਾਂ। ਬਈ ਜਿਹੜੇ ਬੰਦੇ ਸੋਚਦੇ ਹਨ ਨਾ, ਉਹਨਾਂ ਨੂੰ ਤਾਂ ਸੋਚਣ ਵਾਸਤੇ ਜ਼ੋਰ ਲਾਉਣਾ ਪੈਂਦਾ ਹੈ, ਸੋਚਣਾ ਪੈਂਦਾ ਹੈ। ਪਰ ਜਿਹੜੇ ਮੇਰੇ ਵਰਗੇ ਬੰਦੇ ਬੇਅਕਲ ਹਨ, ਉਹਨਾਂ ਨੂੰ ਮੌਜਾਂ ਹੀ। ਪਰ ਇੱਥੇ ਗੱਲ ਹੋ ਰਹੀ ਹੈ, ਕਹਿੰਦੇ ਜਿਹੜੇ ਸ੍ਰੇਸ਼ਟ ਬੁੱਧੀ ਹੈ ਨਾ, ਸਾਰਿਆਂ ਤੋਂ ਚੰਗੀ ਅਕਲ,
ਚੰਗੀ ਅਕਲ ਜਿਹੜੀ ਹੈ, ਇਹ ਸਾਰੀ परमात्मा ने ही ਦਿੱਤੀ ਹੋਈ ਹੈ, ਉਸਨੇ ਆਪ ਹੀ ਦਿੱਤੀ ਹੋਈ ਹੈ। ਅਕਲ ਕੋਈ ਦੁਕਾਨਾਂ ਤੋਂ ਥੋੜਾ ਮਿਲਦੀ ਹੈ। ਬੁੱਧੀ ਜਿਹੜੀ ਹੈ ਕੋਈ ਬਾਜ਼ਾਰ ਵਿੱਚੋਂ ਥੋੜਾ ਮਿਲਦੀ ਹੈ। ਅਸੀਂ ਉਂਝ ਕਹਿ ਦਿੰਦੇ ਹਾਂ ਇਹ ਮੂਰਖ ਹੈ, ਇਹ ਸਿਆਣਾ। ਮੂਰਖ ਨੂੰ ਮੂਰਖ ਕਿਹਨੇ ਬਣਾਇਆ ਹੈ ਤੇ ਸਿਆਣੇ ਨੂੰ ਸਿਆਣਾ ਕਿਹਨੇ ਬਣਾਇਆ ਹੈ? ਆਪ ਹੀ ਥੋੜਾ ਕੋਈ ਮੂਰਖ ਬਣ ਗਿਆ। ਕੌਣ ਮੂਰਖ ਬਣਨਾ ਚਾਹੁੰਦਾ ਹੈ? ਪਰ ਦੇਖੋ ਇੰਨਾ ਵੱਡਾ ਵਿਦਵਾਨ ਬੰਦਾ, ਉਹਦੇ ਬਾਰੇ ਗੁਰਬਾਣੀ ਵਿੱਚ ਲਿਖ ਦਿੱਤਾ, ਕਹਿੰਦੇ ਮੂਰਖ ਰਾਮਣ ਕਿਆ ਲੈ ਗਏ। ਚਾਰ ਵੇਦ ਪੜ੍ਹੇ ਹੋਏ, 6 ਸ਼ਾਸਤਰ ਪੜ੍ਹੇ ਹੋਏ, ਇੰਨਾ ਵੱਡਾ ਗਿਆਨਮਾਨ ਪੁਰਖ, ਉਹਦੇ ਬਾਰੇ ਗੁਰਬਾਣੀ ਵਿੱਚ ਲਿਖ ਦਿੱਤਾ, ਕਹਿੰਦੇ ਮੂਰਖ ਰਾਮਣ ਕਿਆ ਲੈ ਗਏ। ਮੂਰਖ ਲਿਖ ਦਿੱਤਾ। ਤੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ, ਕਹਿੰਦੇ ਭਈ ਬੁੱਧਵਾਰ ਆਪੇ ਬੁੱਧ ਸਾਰ, श्रेष्ठ ਅਤੇ ਵਧੀਆ ਬੁੱਧੀ ਜਿਹੜੀ ਹੈ, ਉੱਚੀ ਅਕਲ, ਇਹ ਪਰਮਾਤਮਾ ਦੀ ਦੇਣ ਹੈ, ਉਹ ਹੀ ਦਿੰਦਾ ਹੈ। ਫਿਰ ਕੋਈ ਮਨੁੱਖ ਗੁਰਮੁਖ ਬਣ ਕੇ ਗੁਰੂ ਦੇ ਰਾਹੀਂ, ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਚੰਗੇ ਕੰਮ ਕਰਦਾ ਹੈ। ਸਾਡਾ ਜਿਹੜਾ ਮਕਸਦ ਹੈ ਗੁਰਬਾਣੀ ਦੀ ਵਿਚਾਰ ਕਰਨਾ ਹੀ ਨਹੀਂ ਹੈ ਸਿਰਫ ਬਈ ਅਸੀਂ ਗੁਰਬਾਣੀ ਨੂੰ ਵਿਚਾਰ ਲਿਆ, ਸਮਝ ਲਿਆ, ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ, ਤੇ ਉਸ ਤੋਂ ਬਾਅਦ ਆਪਾਂ ਆਪਣਾ ਕੰਮ ਖਤਮ। ਇਹ ਨਹੀਂ ਹੈ। ਇਹ ਤਾਂ ਕੰਮ ਸ਼ੁਰੂ ਹੋਇਆ ਹੈ ਹੁਣ। ਅਜੇ ਤਾਂ ਸਾਨੂੰ ਕੰਮ ਕਰਨ ਦਾ ਪਤਾ ਲੱਗਿਆ ਹੈ, ਕੰਮ ਤਾਂ ਕਰਨਾ ਹੈ ਅਜੇ। ਗਿਆਨ ਕੀ ਹੈ? ਜਾਣਕਾਰੀ ਹੈ। ਕੇਵਲ ਜਾਣਕਾਰੀ ਹਾਸਲ ਕਰਨਾ ਹੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤਾਂ ਉਦੋਂ ਹੋਏਗੀ ਜਦੋਂ ਉਸ ਗਿਆਨ ਨੂੰ ਅਸੀਂ ਆਪਣੇ ਐਕਟੀਵਿਟੀਜ਼ ਦੇ ਵਿੱਚ, ਗਤੀਵਿਧੀਆਂ ਦੇ ਵਿੱਚ, ਐਕਸ਼ਨ ਦੇ ਵਿੱਚ ਲਿਆਵਾਂ, ਕੁਛ ਕਰਾਂਗੇ। ਜਿਹੜਾ ਗਿਆਨ ਅਸੀਂ ਗੁਰੂ ਤੋਂ ਪ੍ਰਾਪਤ ਕਰ ਰਹੇ ਹਾਂ, ਉਸ ਗਿਆਨ ਨੂੰ ਆਪਾਂ ਨੇ ਫੋਲੋ ਕਰਨਾ, ਤਾਂ ਨਤੀਜੇ ਸਾਹਮਣੇ ਆਣਗੇ ਚੰਗੇ, ਤਾਂ ਚੰਗੇ ਫਲ ਪ੍ਰਾਪਤ ਸਾਹਮਣੇ ਆਉਣਗੇ। ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ, ਉਸ ਨੂੰ ਫੋਲੋ ਕਰਨਾ, ਉਸ ਨੂੰ ਐਕਸ਼ਨ ਵਿੱਚ ਲਿਆਉਣਾ, ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣਾ, ਉਸ ਨੂੰ ਕਰਨੀ ਦੇ ਵਿੱਚ ਧਾਰਨ ਕਰਨਾ। ਕਥਨੀ ਅਤੇ ਕਰਨੀ ਦਾ ਪੂਰਾ ਸੂਰਾ ਹੋਣਾ, ਬਈ ਜਿਹੜੀ ਗੱਲ ਕਹੀ ਹੈ ਗੁਰੂ ਜੀ ਨੇ, ਉਸ ਨੂੰ ਉਸੇ ਤਰ੍ਹਾਂ ਹੀ ਮੰਨਣਾ। ਉਹਨੂੰ ਕਹਿੰਦੇ ਇਨ ਬਿਨ ਪਾਲਣਾ ਕਰਨੀ, ਹੂਬਹੂ ਐਨ ਉਸੇ ਤਰ੍ਹਾਂ ਜਿਵੇਂ ਗੁਰੂ ਜੀ ਨੇ ਕਿਹਾ ਹੈ, ਐਨ ਉਸੇ ਤਰ੍ਹਾਂ ਹੀ ਸਾਰੀ ਗੱਲ ਨੂੰ ਮੰਨਿਆ। ਤਾਂ ਅੱਛੇ ਰਿਜ਼ਲਟ ਸਾਹਮਣੇ ਆਉਣਗੇ। ਕਿਉਂਕਿ ਸਤਿਗੁਰੂ ਜੀ ਨੇ ਫਰਮਾਇਆ ਹੈ, ਕਹਿੰਦੇ ਨਾਮ ਰਤੇ ਮਨ ਨਿਰਮਲ ਹੋਏ। ਭਾਈ ਜੇ ਮਨ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਵੇ ਤਾਂ ਨਿਰਮਲ ਅਤੇ ਪਵਿੱਤਰ ਤੇ ਸ਼ੁੱਧ ਹੁੰਦਾ ਹੈ ਮਨ। ਦਿਲ ਸਾਫ਼ ਹੋਣਾ ਚਾਹੀਦਾ। ਦਿਲ ਜਿਹੜਾ ਹੈ ਸਾਫ਼ ਤਾਂ ਹੁੰਦਾ ਹੈ ਜੇ ਨਾਮ ਦੇ ਰੰਗਾਂ ਵਿੱਚ ਰੰਗਿਆ ਜਾਵੇ। ਤੇ ਫਿਰ ਨਾਮ ਦੇ ਰੰਗਾਂ ਦੇ ਵਿੱਚ ਰੰਗੇ ਜਾਣ ਤੋਂ ਉਪਰੰਤ ਪਰਮਾਤਮਾ ਦੇ ਗੁਣ ਗਾਈ ਜਾਵੇ, ਗਾਈ ਜਾਵੇ। ਵਾਹਿਗੁਰੂ 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 ਤੇਰਾ ਸਭ ਸਦਕਾ।
ਵਾਹਿਗੁਰੂ ਜੀ ਦੇ ਗੁਣਗਾਨ ਕਰੇ। ਤੇ ਜਦੋਂ ਮਨੁੱਖ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਨ ਕਰੇਗਾ, ਮਨੁੱਖ ਦੇ ਅੰਦਰੋਂ, ਜੀਵ ਦੇ ਅੰਦਰੋਂ, ਗਾਉਣ ਵਾਲੇ ਦੇ ਅੰਦਰੋਂ ਹੌਲੀ 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 ਹਉਮੈ ਦੀ ਜਿਹੜੀ ਮੈਲ ਹੈ ਨਾ, ਹੰਕਾਰ ਦੀ ਜਿਹੜੀ ਮੈਲ ਹੈ, ਹੌਲੀ ਹੌਲੀ ਖਤਮ ਹੋ ਜਾਏ। ਜਦੋਂ ਮੈਲ ਖਤਮ ਹੋ ਗਈ, ਕੱਪੜਾ ਪਵਿੱਤਰ ਹੋ ਗਿਆ, ਮਨ ਪਵਿੱਤਰ ਹੋ ਗਿਆ, ਦਿਲ ਸਾਫ਼ ਹੋ ਗਿਆ, शुद्ध हो गया। जदों हिरदा शुद्ध हो गया तो गुरु जी ने कहा, जाको हिरदा शुद्ध है खोज शब्द में ले। कोई जिन्हां दा हिरदा शुद्ध हो गया ना, वो गुरबाणी दे विचों रब नूं खोज सकते हैं, रब नूं पा सकते हैं गुरबाणी विचों। जाका हिरदा शुद्ध है खोज शब्द में ले, सामने विचों खोज ले। ते फिर जदों खोज लिया, प्राप्ति हो गई, ते फिर उसके दर की भी प्राप्ति हो गई, सचखंड की भी प्राप्ति हो गई। फिर वो जीव, फिर वो आत्मा, फिर वो प्राणी सदा ही परमात्मा के दर के उपर शोभा पाता। इज्जत प्राप्त होती है, सत्कार प्राप्त होता है, मान प्राप्त होता है, स्वरूपों प्राप्त होते हैं। ये सारी कहानी नाम दे रत्ते जान करके है, रत्ते जान करके ते उपरों गुरु दे शब्द दे सुनने ते सुहागे वाला काम हो गया, ते ऐन शोभा शोभनीक बन गया, शोभनीक बन गया। लाहा नाम पाए गुरुद्वार, गुरुद्वारे विच आके गुरु दे राही नाम दा लाहा लए, नाम दा लाहा। क्योंकि सानू हदायत की हुई है, प्राणी तू आया लाहा लैन, ऐ प्राणी तो नाम दा लाहा लैन ही आया है संसार च। अवर काज तेरे किते ना काम, मिल साध संगत भज केवल, तू लाहा लैन। वो साडे विच कमी है कि लाहे को तू ढीला ढीला, टोटे को बेद बेग धाया। लाहे वास्ते असीं बड़े नाम का जदों लाहा लेना हुंदा है, गुरबाणी का जदों लाहा लेना हुंदा है, उदों असीं ऐन ढीले ढीले राम नाल आंदे हां। जदों भोग भाग पै जांदा है, जदों अरदास हुंदी है, जदों देग दा समां हुंदा है, उदों असीं राम नाल आंदे हां हौली हौली, ते इन्ने नूं लाहा खत्म हो जांदा। की लै के आया ते की लै के गया। जे स्कूल विच बच्चे नूं असीं 5 वजे भेज दईए बस्ता चक के, उत्थों की मिलेगा उन्हें। उंज आपां कहीए आपां तां बई रोज़ स्कूल दे विच अपने बच्चे नूं भेजदे हां 5 वजे है, हाजरी लग जाती है। बस स्कूल विच बई स्कूल विच एक बारी गए हैं, पर उत्थे प्राप्त तां कुछ भी नहीं होया। उंज तो स्कूल का चपड़ासी 30-35 साल स्कूल विच ही नौकरी करता है, उत्थे ही रहिंदा है, पर फिर भी वो बेचारा 37 साल बाद फिर अनपढ़ है, बैठा स्कूल विच ही है। अनपढ़ ही लग्या सी, अनपढ़ ही रिटायर हो गया, रहा स्कूल विच ही है, ते रह भी अनपढ़ गया, गुठा ला रहा, कोई फायदा नहीं होया। भाई असीं तां लाहा लैण आए हाँ, बाणी दा, नाम दा, गुरु जी दा।
गुरु जी तो लाहा लेना है, सतगुरु जी तो उपदेश हासिल करना है, ज्ञान हासिल करना है, इन्फॉर्मेशन लेनी है, जानकारी लेनी है, ब्रह्म का ज्ञान लेना है, आत्म ज्ञान लेना है, समाजिक ज्ञान लेना है, आर्थिक ज्ञान लेना है, धर्म का ज्ञान लेना है, राजनीति ज्ञान लेना है। असी सारा ज्ञान गुरु जी तो लेना, सतगुरु जी तो लेना है असी ज्ञान। लाहा नाम पाए गुरद्वार, आपे देव देवन। मिलता उसनों है जिसनों आपे ही देवे, परमात्मा आप ही जिसम देवे, उसनों ये लाहा प्राप्त होता है। भाई जेड़ा परमात्मा, जेड़ा अकाल पुरख वाहिगुरु आप ही लाहा दिंदा है, सानू ये उपलब्ध कराया है सारा कुछ उस सतगुरु सच्चे पातशाह जी का भाई वो देवनार है, उस तो कुर्बान जाना चाहिए। सतगुरु जी तो बलिहार जाना चाहता चाहिए है, क्योंकि सतगुरु जी ने सानू इहो जिहा ज्ञान उपलब्ध कराया है जिस विचों असीं जीवन का लाहा हासिल कर सकते हाँ, नाम का लाहा हासिल कर सकते हाँ। इस करके सतगुरु जी तो हमेशा ही बलिहार जाना चाहिए है। गुरु की कृपा के नाल अपना आप गवा के अपनी हौमै खत्म करके तां गुरुद्वारे आना चाहिए। आप गवाइए तां सोच पाइए, अवर कैसी चतुराई। भाई गुरु जी के अगे चतुराइयां चतुराइयां कोई नहीं चलदियां, ना इत्थे चतुराइयां की लोड़ है। जे बहुता चलाक है, बहुती चतुराइयां हैं, फिर अपने घर ही बैठे, फिर गुरु को की लैन आया। चतुराई ना चतुरभुज पाई है। कोई जिहड़ा चतुरभुज अकाल पुरख वाहिगुरु है वो चतुराइयां नाल नहीं मिलता। फिर किवें मिलता है? भोले भाए मिले रघुराई। भोले भाए रघुराई मिलता है, परमात्मा मिलता है भोले भाए। तो नानक नाम रखो उर धार। सतगुरु जी उपदेश कर रहे हैं सानू सारिਆਂ ਨੂੰ, ਕਹਿੰਦੇ ਭਾਈ ਆਪਣੇ ਉਰ ਦੇ ਵਿੱਚ परमात्मा ਦਾ ਨਾਮ ਧਾਰਨ ਕਰਕੇ ਰੱਖੋ। ਉਰ ਦੇ ਵਿੱਚ ਉਰ ਕਹਿੰਦੇ ਹਨ ਹਿਰਦਾ। ਆਪਣੇ ਹਿਰਦੇ ਦੇ ਵਿੱਚ, ਆਪਣੇ ਦਿਲੋਂ ਦਿਮਾਗ ਦੇ ਵਿੱਚ परमात्मा ਦੇ ਨਾਮ ਨੂੰ ਐਨ ਟਿਕਾ ਕੇ ਰੱਖੋ। धारण कर लो, बस धारण कर लो। जिवें अमृत धारण करते हैं इस तरह नाम धारण करना। ते नाले देवन हारे को जयकार। जेड़ा सतगुरु जी सानू नाम की दात दिंदा है उस दी हमेशा ही जय जयकार करनी चाहिए। किवें करनी है जय जयकार? वाहिगुरु जी की फतेह। ये परमात्मा की जयकार है। वाहिगुरु जी की फतेह। वाहिगुरु जी की हमेशा ही फतेह है, हमेशा ही जय जयकार है, हमेशा ही बल्ले बल्ले है। उसकी कदे भी हार नहीं होती। रब दी कदे हार नहीं हुंदी कि रब हार गया वोटां विच। रब दी कदे हार नहीं, ओहदी हमेशा ही जय जयकार है। इसलिए हमेशा ही ओ वाहिगुरु जी की फतेह ते प्रभु जी की जय जयकार करनी चाहिए। अगे आ गया वीरवार, बुधवार, वीरवार। वीरवार वीर भरम भुलाए।
ਭਾਈ ਜਿਹੜੇ ਵੀਰ ਹਨ ਨਾ ਉਹ ਭਰਮਾਂ ਵਿੱਚ ਭੁੱਲੇ ਹੋਏ ਹਨ। ਕਿਹੜੇ ਵੀਰ? ਸਾਡੇ ਦੇਸ਼ ਦਾ ਸਿਸਟਮ ਸਮਝਣ ਦੀ ਲੋੜ ਹੈ। 9 ਨਾਥ ਹਨ, 86 ਸਿੱਧ ਹਨ ਤੇ 52 ਵੀਰ ਹਨ। 52 ਵੀਰ। ਇਹ ਜਿਹੜੇ 52 ਵੀਰ ਹਨ ਨਾ, ਇਹ ਵੀ ਭਰਮਾਂ ਵਿੱਚ ਹੀ ਪਏ ਹੋਏ ਆ। 9 ਨਾਥ ਵੀ ਭਰਮਾਂ ਵਿੱਚ ਪਏ ਹੋਏ ਹਨ, 84 ਸਿੱਧ ਵੀ ਭਰਮਾਂ ਵਿੱਚ ਪਏ ਹੋਏ ਹਨ। ਜੇ ਇਹ ਭਰਮਾਂ ਵਿੱਚ ਨਾ ਪਏ ਹੋਏ ਹੁੰਦੇ ਨਾ, ਫਿਰ ਗੁਰੂ ਨਾਨਕ ਦੇਵ ਜੀ ਨੂੰ ਆਉਣ ਦੀ ਲੋੜ ਹੀ ਨਹੀਂ ਸੀ। ਫਿਰ ਤਾਂ ਠੀਕ ਹੀ ਸੀ ਕੰਮ। ਭਰਮਾਂ ਵਿੱਚ ਪਏ ਹੋਏ ਆ, ਭੁਲੇਖਿਆਂ ਵਿੱਚ ਆ ਪਏ। ਸਾਡੇ ਦੇਸ਼ ਦੇ ਵਿੱਚ ਮੰਨੀ ਜਾਂਦੀ ਭੂਤ ਪ੍ਰੇਤ, ਪ੍ਰੇਤ ਭੂਤ ਸਭ ਦੂਜੇ ਲਾਏ, ਸਾਰੇ ਹੀ ਭਰਮਾਂ ਵਿੱਚ ਫਿਰਦੇ ਭਈ। ਤਾਂ ਹੀ ਆਪਣਾ ਦੇਸ਼ ਜਿਹੜਾ ਹੈ ਨਾ, ਦੇਸ਼ ਦੇ ਵਾਸੀ ਹਨ, ਉਹ ਸਾਰੇ ਵਹਿਮੀ ਬਹੁਤ ਹਨ, ਭਰਮ ਬਹੁਤ ਕਰਦੇ ਹਨ। ਪੈਰ ਪੈਰ ਤੇ ਭਰਮ ਹੈ, ਪੈਰ ਪੈਰ ਤੇ। ਜੇ ਪੈਰ ਰੱਖਣਾ ਹੈ ਨਾ, ਕਿਸੇ ਸਿਆਣੇ ਬੰਦੇ ਕੋਲ, ਕਿਸੇ ਜੋਤਸ਼ੀ ਕੋਲ ਚਲੇ ਜਾਇਓ, ਬਈ ਪੈਰ ਪੱਟਣਾ ਕਿਹੜਾ ਹੈ ਪਹਿਲੇ, ਸੱਜਾ ਕਿ ਖੱਬਾ? ਉਹ ਕਹੇਗਾ ਨਾ ਜੀ ਨਾ, ਖੱਬਾ ਪੈਰ ਪਹਿਲਾਂ ਚੱਕਣਾ, ਫਿਰ ਸੱਜਾ ਚੱਕਣਾ, ਨਹੀਂ ਨੁਕਸਾਨ ਹੋ ਜਾਏਗਾ, ਘਰ ਵਿੱਚ ਬਰਕਤ ਨਹੀਂ ਹੋਏਗੀ, ਫਲਾਣੀ ਹੋ ਜਾਏਗੀ, ਟਿਮਕੀ ਹੋ ਜਾਏਗੀ। ਪੈਰ ਪੁੱਟਣ ਦਾ ਵੀ ਸਾਨੂੰ ਆਜ਼ਾਦੀ ਨਹੀਂ ਹੈ, ਇੰਨਾ ਬੰਨ ਕੇ ਵਹਿਮਾਂ ਨੇ ਰੱਖ ਦਿੱਤਾ। ਕਹਿੰਦੇ ਜੇ ਪੈਰ ਵੀ ਪੁੱਟਣਾ ਹੈ ਨਾ, ਮੇਰੇ ਤੋਂ ਪੁੱਛ ਕੇ ਪੁੱਟੋ। ਤੇ ਫਿਰ ਕੱਪੜਾ ਕਿਹੋ ਜਿਹਾ ਪਾਣਾ ਹੈ, ਕਿਹੜੇ ਰੰਗ ਦਾ ਪਾਣਾ ਹੈ, ਦਾਲ ਕਿਹੜੇ ਰੰਗ ਦੀ ਖਾਣੀ ਹੈ, ਪੀਲੇ ਰੰਗ ਦੀ, ਲਾਲ ਰੰਗ ਦੀ, ਕਾਲੇ ਰੰਗ ਦੀ, ਹਰੇ ਰੰਗ ਦੀ। ਤੇ ਜਦੋਂ ਆਪਣਾ ਪਾਠ ਕਰਨਾ ਹੈ, ਕਿਹੜੇ ਰੰਗ ਦਾ ਸੂਟ ਪਾ ਕੇ ਕਰਨਾ ਹੈ, ਕਿਹੜੇ ਰੰਗ ਦੇ ਵਸਤਰ ਪਹਿਨਣੇ ਹਨ, ਕਿਸ ਤਰ੍ਹਾਂ ਦੇ ਕਿਹੜੇ ਪਾਸੇ ਨੂੰ ਮੂੰਹ ਕਰਕੇ ਬੈਠਣਾ ਹੈ, ਕਿਵੇਂ ਬੈਠਣਾ ਹੈ ਜਾਂ ਕੋਢਾ ਹੋਣਾ ਹੈ ਜਾਂ ਪੈ ਕੇ ਕਰਨਾ ਹੈ, ਕੀ ਕਰਨਾ ਹੈ, ਪਤਾ ਨਹੀਂ। ਬੜਾ ਕੁਝ ਹੈ ਜੀ ਇਹ ਤਾਂ। ਬਸ ਸੁਲਝੇ ਰਹੋ ਇਹਨਾਂ ਵਿੱਚ। ਇਹਨਾਂ ਭਰਮਾਂ ਦੇ ਵਿੱਚੋਂ ਅਸੀਂ ਨਹੀਂ। ਤੇ ਇਹ ਜਿਹੜਾ ਭਰਮ ਹੈ ਨਾ, ਵਹਿਮ ਹੈ, ਪਖੰਡ ਹੈ, ਇਹ ਤਾਂ ਪਖੰਡ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਸਾਰੇ ਹੀ ਭਰਮ ਵਿੱਚ ਪਏ ਹੋਏ ਹਨ। ਭਰਮ ਵਿੱਚ ਕਿਵੇਂ ਪੈ ਗਏ, ਕਿਹਨੇ ਪਾ ਦਿੱਤਾ ਇਹਨਾਂ ਨੂੰ? ਆਪ ਉਪਾਏ ਕਰ ਵੇਖੈ ਵੇਖਾ। ਪਰਮਾਤਮਾ ਨੇ ਸਾਰਿਆਂ ਨੂੰ ਆਪ ਪੈਦਾ ਕੀਤਾ ਹੋਇਆ ਹੈ, ਆਪ ਹੀ ਬਣਾਇਆ ਹੋਇਆ ਹੈ ਸਾਰਿਆਂ ਨੂੰ। ਤੇ ਸਾਰਿਆਂ ਨੂੰ ਪੈਦਾ ਕਰਕੇ ਆਪ ਹੀ ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ, ਰੋਟੀ ਪਾਣੀ ਦਾ ਪ੍ਰਬੰਧ ਵੀ ਕਰ ਰਿਹਾ ਹੈ, ਪਾਲਣ ਪੋਸ਼ਣ ਵੀ ਕਰ ਰਿਹਾ ਹੈ, ਤੇ ਨਾਲੇ ਉਹਨਾਂ ਨੂੰ ਦੇਖ ਵੀ ਰਿਹਾ ਹੈ। ਬਈ ਕੌਣ ਬੰਦਾ ਕੀ ਕਰ ਰਿਹਾ ਹੈ, ਐਨ ਪੂਰੀ ਨਜ਼ਰਸਾਨੀ ਹੈ, ਦੇਖ ਰਿਹਾ ਹੈ, ਹਰਕਤਾਂ ਨੂੰ ਨੋਟ ਕਰ ਰਿਹਾ ਹੈ। ਬਈ ਕਿਹੜਾ ਬੰਦਾ ਕਿਹੜੀ ਹਰਕਤ ਕਰ ਰਿਹਾ ਹੈ, ਕਿੱਥੇ ਬੈਠਾ ਕਰ ਰਿਹਾ ਹੈ, ਸਭ ਕੁਝ ਜਾਣਦਾ। ਸਭ ਨਾ ਕਰਤੇ ਤੇਰੀ ਟੇਕ। ਹੇ ਕਰਤਾ ਪੁਰਖ ਵਾਹਿਗੁਰੂ ਜੀ, ਉਂਝ ਸਾਰੇ ਤੇਰੀ ਹੀ ਟੇਕ ਤੇ ਬੈਠੇ ਹਨ, ਤੇਰਾ ਹੀ ਆਸਰਾ ਹੈ, ਤੇਰਾ ਹੀ ਦਾਸ ਹੈ। ਜੀ ਜੰਤ ਸਭ ਤੇਰੀ ਸਰਨਾਈ। ਜਿੰਨੇ ਵੀ ਜੀਵ ਜੰਤੂ ਹਨ, ਸਾਰੇ ਹੀ ਤੇਰੀ ਹੀ ਸ਼ਰਨ ਵਿੱਚ ਹਨ। ਪਰ ਸੋ ਮਿਲੈ ਜਿਸ ਲਹਿ ਮਿਲਾਈ।
ਤੇਰੇ ਨਾਲ ਉਹ ਮਿਲਦਾ ਹੈ ਜਿਸ ਨੂੰ ਤੂੰ ਆਪ ਆਪਣੇ ਨਾਲ ਮਿਲਾਉਣਾ ਚਾਹੇ, ਤੇਰੇ ਨਾਲ ਉਹ ਮਿਲ ਸਕਦਾ ਹੈ। ਉਂਝ ਹਨ ਸਾਰੇ ਤੇਰੇ ਹੀ। ਬਹੁਤਿਆਂ ਨੂੰ ਤੂੰ ਹੇ ਅਕਾਲ ਪੁਰਖ ਵਾਹਿਗੁਰੂ ਜੀ ਭਰਮਾਂ ਵਿੱਚ ਪਾਇਆ ਹੋਇਆ ਹੈ, ਪਖੰਡਾਂ ਵਿੱਚ ਪਾਇਆ ਹੋਇਆ ਹੈ। ਪਰ ਜਿਹੜੇ ਮਿਲਦੇ ਹਨ, ਮਿਲਦੇ ਉਹ ਹਨ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਆਪ ਮਿਲਾਉਣਾ ਚਾਹੁੰਦਾ ਹੈ, ਆਪ ਕਿਰਪਾ ਕਰਦਾ ਹੈ। ਉਹ ਪ੍ਰਾਣੀ, ਉਹ ਜੀਵ ਤੇਰੇ ਨਾਲ ਮਿਲਦੇ। ਸ਼ੁੱਕਰਵਾਰ, ਇਹਨੂੰ ਜੁਮਾ ਵੀ ਕਿਹਾ ਜਾਂਦਾ ਹੈ। ਜੁਮਾ, ਜੁਮਾ 8, ਜੁਮੇ ਤੋਂ ਲੈ ਕੇ ਜੁਮੇ ਤੱਕ 8 ਦਿਨ ਹੋ ਗਏ, ਪਰ ਇੱਥੇ ਲਿਖਿਆ ਹੈ ਸ਼ੁੱਕਰਵਾਰ। ਸ਼ੁੱਕਰਵਾਰ ਪ੍ਰਭ ਰਿਹਾ ਸਮਾਈ। ਭਈ ਪ੍ਰਭੂ ਜੀ ਸਾਰੀਆਂ ਚੀਜ਼ਾਂ ਵਿੱਚ, ਸਾਰੇ ਪਾਸੇ ਸਮਾਇਆ ਹੋਇਆ ਹੈ। ਸਮਾਇਆ ਹੋਇਆ, ਕਈ ਜਗ੍ਹਾ ਤੇ ਸਮਾਇਆ ਹੋਇਆ ਲਿਖਿਆ ਹੈ, ਕਈ ਜਗ੍ਹਾ ਤੇ ਫੈਲਿਆ ਹੋਇਆ ਲਿਖਿਆ ਹੈ, ਕਈ ਜਗ੍ਹਾ ਤੇ ਪਸਰਿਆ ਹੋਇਆ ਲਿਖਿਆ ਹੈ। ਇੱਕੋ ਹੀ ਚੀਜ਼ ਹੈ, ਫੈਲਿਆ ਹੋਇਆ, ਸਮਾਇਆ ਹੋਇਆ, ਪਸਰਿਆ ਹੋਇਆ, ਸਾਰੀਆਂ ਥਾਵਾਂ ਤੇ ਸਾਰੀਆਂ ਥਾਵਾਂ ਤੇ ਐਨ ਬਰਾਬਰ ਬਰਾਬਰ ਸਮਾਇਆ ਹੋਇਆ ਹੈ। ਨਾ ਘਾਟ ਹੈ, ਨਾ ਬਾਧ ਹੈ, ਨਾ ਬਾਧ ਘਾਟ ਹੋਤ ਹੈ। ਜਮੀਨ ਜਮਾ ਕੇ ਵਿਖੇ समस्त एक जोत है, ना बाध है, ना घाट है, ना घाट बाध होता है। इस तरह शुक्रवार प्रभ रहा समाई, आप उपाय सब कीमत पाई। प्रभु जी ने, अकाल पुरख वाहिगुरू जी ने आप ही सारी सृष्टि में पैदा किया है, तो आप ही सारी सृष्टि बारे ਉਹਦੀ ਕੀਮਤ, ਉਹਦੇ ਬਾਰੇ ਸਾਰੀ ਜਾਣਕਾਰੀ ਪਰਮਾਤਮਾ ਆਪ ਹੀ ਰੱਖਦਾ, ਆਪ ਹੀ ਹੈ। ਗੁਰਮੁਖ ਹੋਵੇ ਸੋ ਕਰੇ ਵਿਚਾਰ। ਭਾਈ ਜੇਕਰ ਕੋਈ ਗੁਰਮੁਖ ਹੋਵੇ ਨਾ, ਗੁਰੂ ਦੇ ਰਾਹੀਂ ਵਿਚਾਰ ਕਰੇ ਇਹਨਾਂ ਗੱਲਾਂ ਦੀ, ਜਿਹੜੀਆਂ ਗੱਲਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ, ਭਾਈ ਵਿਚਾਰ ਕਰੇ ਕੋਈ, विचार विवश विचार करे। जदों विचार करेगा, जदों विचार सुनी जाएगी, सुनने वाले करन वाले सारे उन्हां दी जेड़ी करनी है ना, करनी वो पवित्र हो जाए। ਜਿਹੜੇ ਅਸੀਂ ਰੋਜ਼ ਕੰਮਕਾਰ ਕਰਦੇ ਹਾਂ ਨਾ ਜ਼ਿੰਦਗੀ ਵਿੱਚ, ਭਾਵੇਂ ਜਿਹੋ ਜਿਹੇ ਮਰਜ਼ੀ ਅਸੀਂ ਕੰਮਕਾਰ ਕਰਦੇ ਹਾਂ, ਕੋਈ ਕਿਸੇ ਪ੍ਰਕਾਰ ਦਾ ਵੀ ਕੰਮ ਕਰਦਾ ਹੈ, ਉਹਦੇ ਜਿਹੜੇ ਕੰਮ ਹਨ ਨਾ ਪਵਿੱਤਰ ਹੋ ਜਾਂਦੇ ਹਨ। ਉਹ ਪਵਿੱਤਰ ਕੰਮ ਹੀ ਕਰਦਾ ਹੈ, ਉਹ ਗੰਦੇ ਕੰਮ ਕਰਦਾ ਹੀ ਨਹੀਂ। ਉਹਦਾ ਫਿਰ ਸੰਜਮ ਵੀ ਬਣ ਜਾਂਦਾ ਹੈ, ਸੁੱਚ ਵੀ ਬਣ ਜਾਂਦੀ ਹੈ ਤੇ ਸੱਚ ਵੀ ਹੈ। ਜੀਵਨ ਚਾਲ ਬਦਲ ਜਾਂਦੀ ਹੈ, चाल चलन बदल जाता है, जीवन शैली बदल जाती है, बिहेवियर चेंज हो जाता है, आदतां बदल जांदियां हन, सुभाव चेंज हो जाता, एक नवे जीवन की शुरुआत हो जाती है। अगे सतगुरु जी ने फरमाया, कहंदे ਵਰਤ ਨੇਮ ਨੀਤਾ ਪ੍ਰਤ ਪੂਜਾ। ਭਾਈ ਜਿਹੜਾ ਇਹ ਵਰਤ ਹੈ, ਨੇਮ ਹੈ, ਨੀਤਾ ਪ੍ਰਤੀ ਪੂਜਾ ਹੈ। ਕਈ ਲੋਕ ਵਰਤ ਵੀ ਰੱਖਦੇ ਹਨ, ਆਪਾਂ ਨਿਤਨੇਮ ਵੀ ਰੋਜ਼ ਕਰਦੇ ਹਾਂ, ਪੂਜਾ ਅਸੀਂ ਕਰਦੇ ਹਾਂ। ਇਹ ਕੀ ਹੈ?
ਬਿਨ ਬੂਝੈ ਸਭ ਭਉ ਹੈ ਦੂਜਾ। ਸਮਝਣ ਤੋਂ ਬਿਨਾ, ਗੁਰਬਾਣੀ ਨੂੰ ਸਮਝਣ ਤੋਂ ਬਿਨਾ ਸਭ ਕੁਝ ਫਜ਼ੂਲ ਜਿਹਾ। ਸਮਝ ਤੋਂ ਬਿਨਾ। ਦੂਜਾ ਭਾਵ ਹੈ, ਦੂਜੇ ਭਾਵ ਤੋਂ ਭਾਵ ਹੁੰਦਾ ਹੈ ਕਿ ਰੱਬ ਨੂੰ ਛੱਡ ਕੇ, ਅਸਲੇ ਨੂੰ ਛੱਡ ਕੇ ਨਕਲ ਨਾਲ ਜੁੜ ਜਾਣਾ। ਪਰਮਾਤਮਾ ਨੂੰ ਛੱਡ ਕੇ ਕੇਵਲ ਮਾਇਆ ਦੇ ਮਗਰ ਤੋਂ ਪੈਣਾ। ਅੱਗੇ ਆ ਗਿਆ ਹੈ ਸ਼ਨੀਚਰਵਾਰ। ਸ਼ਨੀਚਰਵਾਰ ਸੌਣ ਸਾਸਤ ਵਿਚਾਰ। ਸੌਣ ਸ਼ਾਸਤਰ, ਸੌਣ ਸ਼ਾਸਤਰ ਵਿਚਾਰ ਲਏ ਤੁਸੀਂ। ਵਿਆਹ ਕਰਨ ਲੱਗੇ ਹੋ, ਫਲਾਣਾ ਕੰਮ ਕਰ ਲਏ, ਸੌਣ ਸ਼ਾਸਤਰ ਵੀ ਵਿਚਾਰੇ ਹਨ। ਅਸੀਂ ਫਿਰ ਕਿਸੇ ਕੋਲ ਜਾਂਦੇ ਹਾਂ, ਸਾਹਾ ਕਢਾਉਣਾ ਹੈ, ਮਹੂਰਤ ਕਢਾਉਣਾ ਹੈ, ਜੋਤ ਸਲਵਾਣੀ ਹੈ, ਸਿਆਣੇ ਨੂੰ ਪੁੱਛਣਾ ਹੈ। सतगुरु जी फरमान करे, हौ मैं मेरा भरमे संसार, सारा संसार ऐसे ही हौ मैं अते मेरे दे विच भरम है, चक्रां विच पिया होया। सौण शास्त्र विचारण विच ही समा कढ। अज फलाना दिन है वो चंगा नहीं है, कल नूं वधिया दिन है, बुधवार अच्छा है, ऐतवार माड़ा हुंदा है, मंगलवार खराब हुंदा है, टिमका दिन ठीक नहीं हुंदा, संगरांद वधिया हुंदी है, मस्या ठीक नहीं हुंदी, पूर्णमासी वधिया हुंदी है, दसवीं हुंदी है ठीक, एकादशी ठीक नहीं हुंदी। बस इसे ही चक्कर दे विच उलझे होए। जद के गुरु जी ने सानू ऐन कल्ली कल्ली गल समझा दी। रोना तो इसे गल का है, असीं गुरबाणी दी सुनिया ही नहीं। गुरु जी ने तो सानू कहा सी, हुण भी कहा होया है, लिख के दिता होया है, ऐन पक्का गारंटेड। कहंदे भाई महादिवस मूर्त भले, सारे महीने वधिया हन, दिन वधिया हन, मुहूर्त वधिया हन, सब कुछ ठीक है, असीं आप ही ठीक नहीं। हम नहीं चंगे। चंगे इस करके नहीं कि गुरु के ज्ञान नूं असीं हासिल नहीं किया, ते गलती साडी भी है क्योंकि असीं उन्हां तक पहुँचाया नहीं है ज्ञान लोड़वंदां तक। उंज असीं कहंदे हां भी लोड़वंदां नूं इत्थे लंगर भी मिलना चाहिए है, इत्थे कपड़ा भी मिलना चाहिए है, इत्थे राशन भी मिलना चाहिए है। भाई जिहड़े लोड़वंद ज्ञान दे लोड़वंद हन उन्हां तक ज्ञान पहुँचाना साडी ड्यूटी है सारे। ये किसी एक दी ड्यूटी नहीं है, सारिਆਂ ਦੀ ड्यूटी है। जिन्ने भी गुरु घर के नाल जुड़े हुए हैं, अमृतधारी हैं, उन्हां दी ड्यूटी बनती है कि अगे तो अगे असीं गुरु के ज्ञान नूं घर घर तक पहुँचाईए ते इस वड्डे प्रबंध दे विच अपना सही योगदान पाईए ते इस नूं वधिया तो वधिया बनाउण दा यतन करिए। मनमुख अंधा दूजे पाए। मनमुख जिहड़ा है ना वो गुरमुख तो उल्ट है। एक पासे गुरमुख है, ਉਹਦਾ विरोधी धड़ा है मनमुख। मनमुख भी बराबर है। जिथे चंगियाइयां होणगियां उत्थे बुराइयां भी होणगियां, जिथे चंगे बंदे होणगे उत्थे माड़े बंदे भी होणगे। कुदरत का नियम है। पर सतगुरु जी फरमान कर रहे, कहते जिहड़ा मनमुख है ना अंधा, मनमुख अंधा,
ਜੇ ਆਪਾਂ ਕਿਸੇ ਨੂੰ ਅੰਧਾ ਕਹਿ ਦਈਏ ਅਗਲਾ ਗੁੱਸੇ ਕਰਦਾ, ਗੁੱਸਾ ਹੁੰਦਾ। ਪਰ ਗੁਰੂ ਜੀ ਨੇ ਕਹਿ ਦਿੱਤਾ ਭਾਈ ਮਾਨਮੁਖ ਜਿਹੜਾ ਹੈ ਅੰਧਾ, ਐਡੀਆਂ ਐਡੀਆਂ ਤਾਂ ਅੱਖਾਂ ਨਾ ਉਹਦੇ, ਗਟਾਰ ਵਾਂਗੂ ਝਾਕਦਾ ਹੈ ਬਿਟਰ ਬਿਟਰ, ਪਰ ਗਿਆਨ ਪੱਖੋਂ ਆਤਮਿਕ ਪੱਖੋਂ ਤੋਂ ਬਿਲਕੁਲ ਬਲੈਂਡ ਹੈ। ਮੇਰੇ ਵਰਗੇ ਬੰਦੇ ਜਿਹੜੇ ਹਨ ਨਾ, ਕਿਰਪਾਨ ਵੀ ਪਾਈ ਹੋਈ ਹੈ, 5 ਕਕਾਰ ਵੀ ਪਹਿਨੇ ਹੋਏ ਹਨ, ਬਾਣੀ ਵੀ ਪੜ੍ਹ ਲੈਂਦੇ ਹਨ, ਪਰ ਬਲੈਂਡ ਹੈ। ਕੀ ਕਹੀਏ ਉਹਨਾਂ ਨੂੰ? ਉਹ ਕਹਿੰਦੇ ਆਪਾਂ ਨਹੀਂ ਸਿੱਖਿਆ, ਆਪਾਂ ਵੀ ਤਾਂ ਸਿੱਖਾਂ, ਪਰ ਬਲੈਂਡ ਹੈ। ਮਨਮੁਖ ਹਨ, ਆਪਣੇ ਮਨ ਦੀਆਂ ਗੱਲਾਂ ਆਪਣੇ ਮਨ ਨੂੰ ਮੂਹਰੇ ਰੱਖਦੇ। ਫਿਰ ਸਤਿਗੁਰੂ ਜੀ ਫਰਮਾਨ ਕਰੇ ਨੇ, ਫਿਰ ਇਹੋ ਜਿਹੇ ਬੰਦੇ ਦਾ ਹਾਲ ਕੀ ਹੁੰਦਾ ਹੈ? ਜਮ ਦਰ ਵਾਧਾ ਚੋਟਾਂ ਖਾਏ, ਭਾਈ ਜਮਾਂ ਦੇ ਦਰ ਉੱਤੇ ਬੰਨਿਆ ਹੋਇਆ ਨਾ ਫਿਰ ਚੋਟਾਂ ਖਾਂਦਾ ਹੈ। ਚੋਟਾਂ ਕਾਹਦੇ ਨਾਲ ਖਾਂਦਾ ਹੈ? ਆਪਾਂ ਨੇ ਕਿਹੜੇ ਦੇਖਿਆ ਜਾ ਕੇ ਉੱਥੇ? ਜਿੱਦਣ ਜਾਵਾਂਗੇ ਫਿਰ ਸ਼ਾਇਦ ਤੁਹਾਨੂੰ ਦੱਸ ਦਈਏ ਆ ਕੇ, ਮੁੜ ਕੇ ਫਿਰ ਆਉਣਾ ਹੀ ਨਹੀਂ ਹੈ ਆਪਾਂ ਨੇ। ਬਾਹਰ ਕਾਹੇ ਆਵੇਂਗੇ ਅਸੀਂ? ਫਿਰ ਬਾਹਰ ਫੇਰ ਕਿਉਂ ਆਵਾਂਗੇ ਇੱਥੇ? ਫਿਰ ਜਮਾਂ ਦਾ ਡੰਡਾ ਵੱਜੇਗਾ। ਜਮ ਕਾ ਠੈਂਗਾ ਬੁਰਾ ਹੈ, ਉਹ ਨਾ ਕਿਹਾ ਜਾਏ, ਉਹ ਨਾ ਸਿਹਾ ਜਾਏ। ਭਾਈ ਜਮਾਂ ਦਾ ਠੈਂਗਾ ਇੰਨਾ ਬੁਰਾ ਹੈ, ਸਲੋਤਰਾ ਇਹੋ ਜਿਹਾ ਬੁਰਾ ਹੈ, ਇੱਕ ਵੱਜ ਗਿਆ ਤਾਂ ਦੂਸਰਾ ਮੰਗਣਾ ਨਹੀਂ, ਤੂੰ ਪਾਣੀ ਵੀ ਨਹੀਂ ਮੰਗਣਾ, ਉਦੋਂ ਹੀ ਫੌਤ ਹੋ ਜਾਣਾ। ਗੁਰ ਪ੍ਰਸਾਦੀ ਸਦਾ ਸੁਖ ਪਾਏ। ਭਾਈ ਗੁਰੂ ਦੀ ਕਿਰਪਾ ਦੇ ਨਾਲ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦੇ ਪ੍ਰਸਾਦ ਦੀ। ਕਿਵੇਂ? ਸੱਚ ਕਰਨੀ, ਸਾਚ ਲਿਵ ਲਾਏ। ਸੱਚੇ ਨਾਲ ਲਿਵ ਲਾਉਣੀ ਹੈ, ਸੱਚ ਨਾਲ ਲਿਵ ਲਾਉਣੀ ਹੈ, ਤੇ ਸੱਚੀ ਕਰਨੀ ਹੈ। ਸੱਚੀ ਕਰਨੀ ਤੋਂ ਭਾਵ ਹੈ ਕਿ ਸੱਚੇ ਸੱਚੇ ਚੰਗੇ ਚੰਗੇ ਵਧੀਆ ਵਧੀਆ ਕੰਮ ਕਰਨੇ ਹਨ, ਜਿਹੜੇ ਸਿੱਖਾਂ ਨੂੰ ਕਰਨੇ ਚਾਹੀਦੇ, ਜਿਹੜੇ ਗੁਰੂ ਕੇ ਪਿਆਰਿਆਂ ਨੂੰ ਕਰਨੇ ਬਣਦੇ ਹਨ, ਉਹ ਕੰਮ ਗੁਰੂ ਕੇ ਸਿੱਖਾਂ ਨੇ ਕਰਨੇ। ਤੋ ਅਸੀਂ ਇਹਨਾਂ 7 ਦਿਨਾਂ ਦਾ ਜੋ ਉਪਦੇਸ਼ ਗੁਰੂ ਜੀ ਨੇ ਬਖਸ਼ਿਆ ਹੋਇਆ ਹੈ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਚਰਵਾਰ ਪੜ੍ਹਿਆ ਹੈ, ਵਿਚਾਰਿਆ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਿਹੜਾ ਇਸ ਸਾਰੀ ਕਹਾਣੀ ਦਾ ਨਤੀਜਾ ਕੱਢਿਆ ਹੈ, ਉਹ ਆਪਾਂ ਫਿਰ ਕੱਲ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਫੇਰ ਪ੍ਰਾਪਤ ਕਰਾਂਗੇ। ਇੱਥੇ ਹੀ ਸਮਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।